ਸ਼ਲੋਕ ਭਗਤ ਕਬੀਰ ਜੀਓ ਕੇ। ਭਗਤ ਕਬੀਰ ਜੀ ਦੇ ਸ਼ਲੋਕ ਦਰਜ ਕੀਤੇ ਜਾ ਰਹੇ ਹਨ ਔਰ ਸ਼ਲੋਕਾਂ ਤੋਂ ਪਹਿਲੇ ਮੰਗਲ ਉਸ ਇੱਕ ਨਿਰੰਕਾਰ ਦਾ ਜੋ ਸਾਰੇ ਆਕਾਰਾਂ ਵਿੱਚ ਰਮਿਆ ਹੋਇਆ ਹੈ ਪਰ ਹਰ ਆਕਾਰ ਤੋਂ ਮੁਕਤ ਹੈ। ਹਰ ਸ਼ਕਲ ਸੂਰਤ ਵਿੱਚ ਉਸ ਦਾ ਨਿਵਾਸ ਹੈ ਪਰ ਉਹ ਹਰ ਸ਼ਕਲ ਸੂਰਤ ਤੋਂ ਨਿਆਰਾ ਹੈ। ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਸ ਦੀ ਕੋਈ ਤਸਵੀਰ ਜਾਂ ਮੂਰਤੀ ਨਹੀਂ ਬਣਾਈ ਜਾ ਸਕਦੀ। ਜੋ ਸਾਰਿਆਂ ਵਿੱਚ ਹੈ ਕਿਵੇਂ ਬਣਾਓਗੇ? ਉਹ ਕਿਸੇ ਇੱਕ ਆਕਾਰ ਦਾ ਮੁਹਤਾਜ ਨਹੀਂ। ਉਸ ਦੀ ਪ੍ਰਾਪਤੀ ਪੂਰੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਉਸ ਦਾ ਮੰਗਲ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਬੀਰ ਜੀ ਦਾ ਪਹਿਲਾ ਸ਼ਲੋਕ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਆਦਿ ਜੋਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਸਿਮਰਨੀ ਮਾਲਾ ਨੂੰ ਆਖਿਆ ਜਾਂਦਾ ਹੈ। ਮਾਲਾ ਦਾ ਆਪਣਾ ਇੱਕ ਅਰਥ ਹੈ। ਮਾਲਾ ਹੱਥ ਵਿੱਚ ਹੋਵੇ ਤੇ ਮਨੁੱਖ ਦੀ ਸੁਰਤ ਬਾਰ-ਬਾਰ ਜ਼ਰੂਰ ਅਕਸਰ ਮਾਲਾ ਵੱਲ ਜਾਏਗੀ। ਹੱਥ ਵਿੱਚ ਮਾਲਾ ਹੈ ਤਾਂ ਮਣਕਿਆਂ 'ਤੇ ਕੋਈ ਵਾਹਿਗੁਰੂ ਕਹੇ, ਕੋਈ ਰਾਮ ਕਹੇ, ਕੋਈ ਆਪਣੀ ਆਪਣੀ ਭਾਸ਼ਾ ਵਿੱਚ ਪ੍ਰਭੂ ਦਾ ਨਾਮ ਕੋਈ ਲਵੇ ਪਰ ਦੁਹਰਾ ਸਕਦਾ ਹੈ। ਮਾਲਾ ਮਾਲਕ ਦੀ ਯਾਦ ਕਰਵਾਉਣ ਵਿੱਚ ਮਦਦਗਾਰ ਜ਼ਰੂਰ ਹੈ। ਇਸ ਲਈ ਮਾਲਾ ਦੀ ਵਿਰੋਧਤਾ ਕਰਨੀ ਵੀ ਕੋਈ ਠੀਕ ਨਹੀਂ। ਲੇਕਿਨ ਇਤਨਾ ਯਾਦ ਰਹੇ, ਇਹ ਇੰਜ ਹੀ ਹੈ ਜਿਵੇਂ ਕਿਸੇ ਪਹਿਲੀ ਜਮਾਤ ਦੇ ਬੱਚੇ ਨੂੰ ਊੜਾ ਊਠ ਕਹਿ ਕੇ ਊੜਾ ਸਿਖਾਇਆ ਜਾਏ। ਊਠ ਦੀ ਉਸ ਨੂੰ ਪਹਿਚਾਣ ਹੈ। ਐੜੇ ਤੋਂ ਕੋਈ ਅਨਾਰ ਕਹੇ, ਕੋਈ ਅੰਬ ਕਹੇ, ਲਫ਼ਜ਼ ਉਹ ਦਿੱਤੇ ਜਾਂਦੇ ਨੇ ਜਿਨ੍ਹਾਂ ਦਾ ਬੱਚੇ ਨੂੰ ਪਤਾ ਹੈ। ਲੈਸਨ ਹੋਰ ਹੈ, ਊੜਾ ਐੜਾ ਸਿਖਾਉਣਾ ਹੈ। ਲਫ਼ਜ਼ ਹੋਰ ਨੇ ਜਿਨ੍ਹਾਂ ਦਾ ਬੱਚੇ ਨੂੰ ਆਲਰੇਡੀ ਗਿਆਨ ਹੈ, ਲੇਕਿਨ ਉਹ ਸ਼ੁਰੂਆਤ ਵਾਸਤੇ ਹੈ। ਫਿਰ ਇੱਕ ਸਮਾਂ ਆਉਂਦਾ ਹੈ ਜਦ ਬੱਚੇ ਨੂੰ ਅੱਖਰ ਯਾਦ ਹੋ ਜਾਂਦੇ ਨੇ। ਉਹ ਯਾਦ ਫਿਰ ਬਾਰ-ਬਾਰ ਊੜਾ ਊਠ ਕਹਿ ਕੇ ਨਹੀਂ ਕਰਨੀ ਪੈਂਦੀ। ਫਿਰ ਹੋਰ ਲਫ਼ਜ਼ ਬਣਾਉਂਦਾ ਹੈ ਤੇ ਇਉਂ ਅਗਾਂਹ ਤੋਂ ਅਗਾਂਹ ਉਹ ਤਰੱਕੀ ਕਰਦਾ ਹੈ। ਭਗਤੀ ਦੇ ਮਾਰਗ ਵੱਲ ਮੁੜਨ ਵੇਲੇ ਪਹਿਲੀ ਜਮਾਤ ਵਿੱਚ ਮਾਲਾ ਸਹਿਯੋਗੀ ਹੋ ਸਕਦੀ ਹੈ, ਕੋਈ ਸ਼ੱਕ ਨਹੀਂ। ਹੱਥ ਵਿੱਚ ਮਾਲਾ ਪਕੜੀ ਹੋਵੇਗੀ, ਯਾਦ ਤਾਂ ਆਏਗੀ ਕਿ ਇਹ ਜਪਣ ਵਾਸਤੇ ਹੈ, ਪ੍ਰੇਰਨਾ ਮਿਲੇਗੀ। ਲੇਕਿਨ ਸਾਰੀ ਉਮਰ ਕੋਈ ਮਾਲਾ ਹੀ ਲੈ ਕੇ ਆਦਤ ਬਣਾ ਕੇ ਬੈਠਾ ਰਹੇ ਤਾਂ ਸਾਰੀ ਉਮਰ ਪਹਿਲੀ ਜਮਾਤ ਵਿੱਚ ਹੀ ਪੜ੍ਹਦੇ ਰਹਿਣਾ ਕੋਈ ਕਾਮਯਾਬੀ ਨਹੀਂ। ਹੌਲੀ ਹੌਲੀ ਸਿਮਰਨੀ ਦਾ ਸੰਬੰਧ ਸਿਮਰਤੀ ਨਾਲ ਬਣ ਜਾਣਾ ਚਾਹੀਦਾ ਹੈ। ਸਿਮਰਤੀ ਹੈ ਯਾਦ। ਫਿਰ ਮਾਲਾ ਹੱਥ ਪਕੜਨ ਦੀ ਜ਼ਰੂਰਤ ਨਹੀਂ, ਮਾਲਕ ਨਾਲ ਮਨ ਹੀ ਜੁੜ ਗਿਆ ਹੈ। ਫਿਰ ਰਸਨਾ ਸੁਤੇ ਸਿੱਧ ਉਸ ਮਾਲਕ ਦਾ ਜਸ ਗਾਉਂਦੀ ਹੈ। ਇਸ ਤੋਂ ਉਲਟਾ ਤਾਂ ਅਕਸਰ ਅਸੀਂ ਆਮ ਦੇਖਦੇ ਹਾਂ। ਮਾਲਾ ਦੇ ਮਣਕੇ ਵੀ ਘੁੰਮ ਰਹੇ ਹਨ
ਔਰ ਮਨੁੱਖ ਦੀ ਜ਼ਬਾਨ ਕਿਸੇ ਦੀ ਨਿੰਦਿਆ ਚੁਗਲੀ ਲਈ ਵੀ ਕੈਂਚੀ ਦੀ ਤਰ੍ਹਾਂ ਚੱਲ ਰਹੀ ਹੈ। ਹੱਥ ਹਿੱਲੀ ਜਾ ਰਿਹਾ ਹੈ, ਇੱਕ ਮਕੈਨੀਕਲ ਆਦਤ ਬਣ ਗਈ ਹੈ। ਮਣਕੇ ਚੱਲ ਰਹੇ ਨੇ, ਪਰ ਕਰ ਚੁਗਲੀਆਂ ਰਿਹਾ ਹੈ, ਗਾਲੀ ਗਲੋਚ ਵੀ ਕਰ ਗੁਜ਼ਰਦਾ ਹੈ। ਐਸੇ ਲੋਕ ਵੀ ਮਿਲ ਜਾਣਗੇ। ਇਹ ਤਾਂ ਸਿਮਰਨ ਨਹੀਂ। ਮਨ ਦਾ ਮਣਕਾ ਨਾ ਫੇਰਿਆ ਤਾਂ ਭਾਵੇਂ ਰੁਦਰਾਖ ਦੇ ਮਣਕੇ ਫੇਰੋ ਤੇ ਭਾਵੇਂ ਤੁਲਸੀ ਦੇ ਤੇ ਭਾਵੇਂ ਉੱਨ ਦੇ, ਕੋਈ ਅੰਤਰ ਨਹੀਂ। ਮਾਲਾ ਤੋਂ ਕਰਮੇ ਫਿਰੈ, ਜੀਭ ਫਿਰੈ ਮੁਖ ਮਾਹੇ, ਮਨੁਆਂ ਤੋਂ ਦਹਿ ਦਿਸ ਫਿਰੈ, ਯਹ ਤੋਂ ਸਿਮਰਨ ਨਾਹੇ। ਸਵਾਲ ਇਹ ਸੀ ਕਿ ਧਿਆਨ ਵਿੱਚ ਭਗਵਾਨ ਵਸ ਜਾਂਦਾ ਤੇ ਅੰਦਰੋਂ ਉਹ ਚਰਨੇ ਸਿਮਰਨ ਦੇ ਫੁੱਟਦੇ ਤੇ ਰਸਨਾ ਗਾਉਂਦੀ। ਸਾਧਾਰਨ ਗੱਲਬਾਤ ਕਰਦਿਆਂ ਵੀ ਤੇਰੀ ਗੱਲਬਾਤ ਵਿੱਚੋਂ ਪਰਮਾਤਮਾ ਦੀ ਖੁਸ਼ਬੂ ਦੁਨੀਆ ਤੱਕ ਪੁੱਜਦੀ। ਸੁਣਨ ਵਾਲਾ ਮੋਹਿਆ ਜਾਂਦਾ, ਪਰ ਹਾਲਤ ਤੇਰੀ ਉਲਟੀ ਹੈ। ਹੱਥ ਵਿੱਚ ਮਾਲਾ ਹੈ, ਜ਼ੁਬਾਨ ਤੇ ਨਿੰਦਾ ਚੁਗਲੀ ਹੈ। ਇਹ ਸਿਮਰਨ ਨਹੀਂ। ਕੋਈ ਭਗਤ ਅਜਿਹਾ ਨਹੀਂ ਜਿਸ ਨੇ ਸਾਰੀ ਉਮਰ ਹੱਥ ਵਿੱਚ ਮਾਲਾ ਪਕੜੀ ਰੱਖੀ ਹੋਵੇ। ਇਹ ਗੱਲ ਵੱਖਰੀ ਹੈ ਕਿ ਅਸੀਂ ਭਗਤ ਜਨਾਂ ਦੀਆਂ ਤਸਵੀਰਾਂ ਬਣਾਉਣ ਵੇਲੇ ਆਪਣੀ ਬੁੱਧੀ ਤੋਂ ਕੰਮ ਲੈਂਦੇ ਹਾਂ। ਹੱਥ ਵਿੱਚ ਮਾਲਾ, ਗਲੇ ਵਿੱਚ ਮਾਲਾ, ਸਿਰ ਤੇ ਮਾਲਾ, ਇਤਨੀਆਂ ਮਾਲਾ ਕੋਈ ਹਿਸਾਬ ਹੀ ਨਹੀਂ, ਮਾਲਾ ਹੀ ਮਾਲਾ। ਤੇ ਦਰਅਸਲ ਇਹ ਤਸਵੀਰਾਂ ਬਣਾ ਕੇ ਖੁਦ ਮਾਲਾ ਮਾਲ ਹੋਣ ਦੀ ਤਰਕੀਬ ਹੈ, ਜੁਗਤ ਹੈ, ਹੋਰ ਕੁਝ ਵੀ ਨਹੀਂ। ਭਗਤ ਦੇ ਅੰਦਰ ਤਾਂ ਇੱਕ ਮਾਲਾ ਚੱਲ ਰਹੀ ਹੈ, ਹਰ ਹਰ ਅੱਖਰ ਦੋਏ ਇਹ ਮਾਲਾ। ਕਬੀਰ ਜੀ ਕਹਿੰਦੇ ਨੇ, ਮੈਂ ਆਪਣੇ ਤੋਂ ਸ਼ੁਰੂ ਕਰਦਾ ਹਾਂ ਗੱਲ। ਸਵਾਦ ਵੀ ਇਸੇ ਗੱਲ ਵਿੱਚ ਹੈ। ਕੇਵਲ ਦੂਜਿਆਂ ਦੀ ਬਾਤ ਹੀ ਕਰੀ ਜਾਣੀ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ। ਨਾਮ ਜਪਿਆ ਕਿਸੇ ਨੇ, ਵੰਡ ਕੇ ਛਕਿਆ ਕਿਸੇ ਨੇ, ਦੇਖ ਕੇ ਅਣਡਿੱਠ ਕੀਤਾ। ਅਰਦਾਸ ਵਿੱਚ ਅਸੀਂ ਇਸ ਲਈ ਆਖਦੇ ਹਾਂ ਕਿ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਪਣੇ ਆਪ ਨੂੰ ਪ੍ਰੇਰਨਾ ਦੇਣ ਵਾਸਤੇ ਆਖੀਦਾ ਹੈ। ਜੇ ਆਪ ਨਹੀਂ ਜਪਣਾ, ਵੰਡ ਕੇ ਨਹੀਂ ਛਕਣਾ, ਦੇਖ ਕੇ ਅਣਡਿੱਠ ਨਹੀਂ ਕਰਨਾ, ਤੇ ਕਿਸੇ ਦੀ ਕਮਾਈ ਦਾ ਧਿਆਨ ਧਰ ਕੇ ਹੀ ਬੋਲੀ ਜਾਣ ਦਾ ਤਾਂ ਬਹੁਤਾ ਅਰਥ ਨਹੀਂ। ਉਹ ਤਾਂ ਇੱਕ ਸਬਕ ਸੀ। ਕਬੀਰ ਜੀ ਨੇ ਸ਼ੁਰੂ ਕੀਤੀ ਬਾਤ ਆਪਣੇ ਆਪ ਤੋਂ ਤੇ ਲੈ ਗਏ ਇਸ ਸਿਖਰ ਤੇ ਕਿ ਦੁਨੀਆ ਦੀ ਆਰੰਭਤਾ ਤੋਂ ਲੈ ਕੇ ਸਦਾ ਸਦਾ ਲਈ ਸਿਧਾਂਤ ਨੁਕਤਾ ਇਹੀ ਹੈ। ਆਖਣ ਲੱਗੇ, ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ, ਤਾ ਕੋ ਸੁਖ ਬਿਸਰਾਮ। ਹਜ਼ਰਤ ਸੁਲਤਾਨ ਬਾਹੂ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ ਨੇ ਔਰ ਉਸਨੇ ਮਜ਼ਾਕੀਆ ਲਹਿਜੇ ਵਿੱਚ ਲਿਖੀਆਂ। ਉਹ ਆਖਣ ਲੱਗੇ, ਮੈਨੂੰ ਤਾਂ ਮੁਰਸ਼ਿਦ ਨੇ ਇੱਕ ਗੱਲ ਸਮਝਾ ਦਿੱਤੀ ਕਿ ਮਿੱਤਰਾ, ਜੇ ਮਨੁੱਖਾ ਜਨਮ ਦਾ ਲਾਹਾ ਲੈਣਾ ਹੈ, ਜ਼ਿੰਦਗੀ ਨੂੰ ਕਿਸੇ ਅਰਥ ਲਾਉਣਾ, ਤਾਂ ਇੱਕ ਗੱਲ ਚੇਤੇ ਰੱਖ ਲਈ, ਐਵੇਂ ਨਾ ਕਿਸੇ ਦੂਜੇ ਨੂੰ ਕਾਫਰ ਕਾਫਰ ਆਖਦਾ ਫਿਰੀ। ਕਾਫਿਰ ਦਾ ਸੰਬੰਧ ਕੁਫਰ ਨਾਲ ਹੈ। ਜਿਸ ਵੇਲੇ ਤੇਰੀ ਜ਼ਿੰਦਗੀ ਵਿੱਚੋਂ ਉਸ ਸੱਤ ਦੀ ਅਹਿਮੀਅਤ ਨਿਕਲ ਗਈ, ਮਾਲਕ ਵੱਲੋਂ ਗਫਲਤ ਕਰ ਲਈ, ਗਾਫਿਲ ਹੋ ਗਏ ਹੋ, ਉਸ ਵੇਲੇ ਤੂੰ ਕਾਫਿਰ ਹੈ। ਨਿਰੰਕਾਰ ਵੱਲੋਂ ਗਾਫਿਲ ਹਰ ਬੰਦਾ ਕਾਫਿਰ ਹੈ। ਉਹ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਸਿੱਖ ਹੈ ਕਿ ਈਸਾਈ ਹੈ, ਇਸ ਦਾ ਕੋਈ ਸਵਾਲ ਨਹੀਂ। ਨਾ ਮੈਨੂੰ ਮੇਰੇ ਮੁਰਸ਼ਿਦ ਨੇ ਆਖਿਆ ਕਿ ਤੂੰ ਤਸਬੀਹ ਦੇ ਦਾਣੇ ਕਮਾਉਂਦਾ ਰਹੀ,
ਚਿਲੇ ਕਮਾਈ ਨਹੀਂ। ਤਾਂ ਫਿਰ ਤੈਨੂੰ ਆਖਿਆ ਕੀ? ਸੁਲਤਾਨ ਬਾਹੂ ਆਖਣ ਲੱਗੇ, ਮੈਨੂੰ ਉਹਨਾਂ ਇਹ ਵੀ ਨਹੀਂ ਕਿਹਾ ਕਿ ਬਹੁਤ ਵਿਦਵਾਨ ਹੋਵੇਗਾ ਤਾਂ ਭਗਵਾਨ ਮਿਲੇਗਾ। ਮੁਰਸ਼ਿਦ ਦਾ ਉਪਦੇਸ਼ ਕੀ ਹੈ? ਤਾਂ ਬਾਹੂ ਨੇ 4 ਪੰਕਤੀਆਂ ਲਿਖੀਆਂ। ਕਹਿਣ ਲੱਗਾ, ਨਾ ਮੈਂ ਆਲਮ, ਨਾ ਮੈਂ ਫਾਜ਼ਲ, ਨਾ ਮੈਂ ਚਿਲਾ ਕਮਾਇਆ ਹੂੰ। ਨਾ ਮੈਂ ਆਲਮ, ਨਾ ਮੈਂ ਫਾਜ਼ਲ, ਨਾ ਮੈਂ ਚਿਲਾ ਕਮਾਇਆ ਹੂੰ। ਨਾ ਮੈਂ ਭੱਜ ਮਸੀਤੀ ਵੜਿਆ, ਨਾ ਤਸਬਾ ਖੜਕਾਇਆ ਹੂੰ। ਇਹ ਮਜ਼ਾਕ ਹੈ, ਤਸਬਾ ਖੜਕਾਉਣਾ ਮਾਲਾ ਫੇਰਨੀ। ਨਾ ਮੈਂ ਭੱਜ ਮਸੀਤੀ ਵੜਿਆ, ਨਾ ਤਸਬਾ ਖੜਕਾਇਆ ਹੂੰ। ਜਿਸ ਦਮ ਗਾਫਲ ਸੋ ਦਮ ਕਾਫਰ। ਸਾਨੂੰ ਮੁਰਸ਼ਿਦ ਇਹ ਸਮਝਾਇਆ ਹੂੰ। ਮੁਰਸ਼ਿਦ ਚੰਗੀ ਕੀਤੀ ਬਾਹੂ, ਇੱਕ ਪਲ ਵਿੱਚ ਚਾਹ ਬਖਸ਼ਾਇਆ ਹੂੰ। ਬਸ ਸਿਮਰਤੀ ਵਿੱਚ ਮਾਲਕ ਦਾ ਪ੍ਰੇਮ ਵਸ ਜਾਏ, ਉਸ ਦੀ ਯਾਦ ਬਣੀ ਰਹੇਗੀ। ਜਦ ਅੰਦਰ ਯਾਦ ਹੈ ਤਾਂ ਰਸਨਾ ਗਾਏਗੀ ਹੀ, ਹਰ ਹਾਲਤ ਵਿੱਚ ਗਾਏਗੀ। ਸਾਡੀ ਰਸਨਾ ਦੇ ਬੋਲਾਂ ਵਿੱਚ ਉਹੀ ਸ਼ਬਦਾਵਲੀ ਆ ਜਾਂਦੀ ਹੈ ਜਿਸ ਖੇਤਰ ਵਿੱਚ ਅਸੀਂ ਜ਼ਿੰਦਗੀ ਨੂੰ ਢਾਲਦੇ ਹਾਂ। ਇੱਕ ਗਵਈਏ ਪਾਸੋਂ ਤੁਸੀਂ ਪੁੱਛੋ, ਸਾਜ਼ਿੰਦੇ ਪਾਸੋਂ ਪੁੱਛੋ, ਫਲਾਣਾ ਮਨੁੱਖ ਕੈਸਾ ਹੈ? ਅਗਰ ਉਸ ਦਾ ਜੀਵਨ ਚੰਗਾ ਹੈ ਤੇ ਸੁਭਾਵਕ ਹੀ ਗਵਈਆ ਤੇ ਸਾਜ਼ਿੰਦਾ ਆਖੇਗਾ ਬੜਾ ਸੁਰ ਵਿੱਚ ਹੈ। ਜ਼ਿੰਦਗੀ ਸੁਰ ਵਿੱਚ ਹੈ, ਸੁਰ ਤਾਲ ਵਿੱਚ ਹੈ, ਮਤਲਬ ਠੀਕ ਹੈ, ਬੁਰਾ ਨਹੀਂ। ਇਸੇ ਤਰ੍ਹਾਂ ਬਾਕੀ ਕਿੱਤੇ ਵਾਲੇ ਲੋਕਾਂ ਦੀ ਸ਼ਬਦਾਵਲੀ ਆਪਣੀ ਆਪਣੀ ਹੈ, ਕਿਉਂਕਿ ਜੀਵਨ ਉਸ ਢਾਂਚੇ ਵਿੱਚ ਢਲਿਆ ਹੋਇਆ ਹੈ। ਭਗਤ ਦਾ ਜੀਵਨ ਬੰਦਗੀ ਦੇ ਢਾਂਚੇ ਵਿੱਚ ਢਲਿਆ ਹੈ। ਇਸ ਲਈ ਉਸ ਦੀ ਗੱਲਬਾਤ ਵਿੱਚ ਵੀ ਜ਼ਿਕਰ ਖੁਦਾ ਹੋਵੇਗਾ, ਪਰਮਾਤਮਾ ਦਾ ਜ਼ਿਕਰ ਹੋਵੇਗਾ, ਭਗਤੀ ਹੋਵੇਗੀ। ਹੱਥ ਮਾਲਾ ਹੋਣੀ ਕੋਈ ਜ਼ਰੂਰੀ ਨਹੀਂ। ਲੋਕ ਤਾਂ ਗਿਣਤੀ ਰੱਖਦੇ ਨੇ, ਇੰਨੀਆਂ ਮਾਲਾ ਕੀਤੀਆਂ, ਲਿਖ ਲੈਂਦੇ ਨੇ। ਇੱਕ ਪੁਰਾਣਾ ਰਿਵਾਜ ਸੀ, ਕਈ ਲੋਕਾਂ ਨੇ ਵਹੀਆਂ ਲਾਈਆਂ ਹੋਈਆਂ ਸਨ। ਵਹੀ ਦੇ ਉੱਪਰ ਰਾਮ 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 ਜਾਂ ਕੋਈ ਵੀ ਇਸ ਤਰ੍ਹਾਂ ਨਾਮ ਲਿਖੀ ਜਾਣਾ, ਲਿਖੀ ਜਾਣਾ। ਜਿੰਨੀ ਵਾਰੀ ਲਿਖ ਲਿਆ ਉਨਾ ਫਲ ਮਿਲ ਗਿਆ। ਆਪ ਨੇ ਸੁਣਿਆ ਹੋਵੇਗਾ, ਤਿੱਬਤ ਦੇ ਲਾਮਿਆਂ ਨੇ ਪ੍ਰੇਅਰ ਵੀਲ ਬਣਾ ਲਿਆ। ਉਹ ਚੱਕਰ ਹੈ, ਪ੍ਰੇਅਰ ਉੱਪਰ ਲਿਖੀ ਹੋਈ ਹੈ, ਹੱਥ ਨਾਲ ਘੁਮਾ ਦਿੰਦੇ ਨੇ, ਆਪ ਜੋ ਮਰਜ਼ੀ ਕਰੀ ਚੱਲੋ। ਜਿੰਨੀ ਵਾਰੀ ਚੱਕਰ ਘੁੰਮ ਗਿਆ ਉਨੀਆਂ ਮਾਲਾ ਹੋ ਗਈਆਂ। ਉਹ ਦਿਨ ਦੂਰ ਨਹੀਂ ਜਦ ਕੋਈ ਇਲੈਕਟ੍ਰਿਕ ਸਿਸਟਮ ਵਰਤ ਕੇ ਇੱਕ ਮੋਟਰ ਲਗਾ ਦੇਵੇਗਾ, ਸਪੀਡ ਵੀ ਤੇਜ਼, ਕਰਨਾ ਵੀ ਕੁਝ ਨਹੀਂ, ਫਲ ਮਿਲ ਗਿਆ। ਧਰਮ ਇਤਨਾ ਆਸਾਨ ਮਾਮਲਾ ਨਹੀਂ। ਮਨੁੱਖ ਦੇ ਅੰਦਰ ਸਿਮਰਤੀ ਵਿੱਚ ਸਿਮਰਨ ਬਣੇ, ਫਿਰ ਰਸਨਾ ਗਾਏ, ਤਾਂ ਇਹ ਸਿਮਰਨ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀਆਂ ਕਮਾਲ ਦੀਆਂ ਪੰਕਤੀਆਂ ਲਿਖੀਆਂ ਨੇ। ਉਹ ਕਹਿੰਦੇ ਨੇ, ਸਭ ਤੋਂ ਪਹਿਲੀ ਤਾਂ ਅਵਸਥਾ ਇਹ ਹੋਣੀ ਚਾਹੀਦੀ ਹੈ ਕਿ ਉਸ ਦੇ ਦੀਦਾਰ ਹਰ ਪਲ ਕੁਦਰਤ ਦੇ ਕਣ ਕਣ ਵਿੱਚੋਂ ਹੁੰਦੇ ਰਹਿਣ, ਪਿਆਰਾ ਦਿਸਦਾ ਰਹੇ, ਅੱਖਾਂ ਤੋਂ ਓਹਲੇ ਨਾ ਹੋਵੇ। ਜੇ ਕਿਸੇ ਵੇਲੇ ਇਸ ਸਟੇਜ ਤੋਂ ਥੱਲੇ ਸੁਰਤ ਆਉਂਦੀ ਹੈ, ਸੁਰਤ ਵਿੱਚੋਂ ਨਾ ਜਾਏ। ਜੇ ਸੂਰਤ ਵੀ ਦਿਖਾਈ ਨਾ ਦੇਵੇ ਤਾਂ ਨਾਮ ਜੀਭ ਤੇ ਵਸਦਾ ਰਹੇ, ਪਿਆਰੇ ਦਾ ਜ਼ਿਕਰ ਚੱਲਦਾ ਰਹੇ। ਜੇ ਜ਼ਬਾਨ ਤੇ ਵੀ ਉਸ ਦਾ ਨਾਮ ਨਾ ਰਿਹਾ, ਇਸ ਤੋਂ ਵੀ ਹੇਠਾਂ ਡਿੱਗ ਗਏ, ਤਾਂ ਫਿਰ ਚੰਗਾ ਇਹ ਹੈ
ਕਿ ਇਸ ਕਾਇਆ ਵਿੱਚੋਂ ਸੁਰਤ ਹੀ ਨਿਕਲ ਜਾਏ, ਜ਼ਿੰਦਗੀ ਸਮਾਪਤ ਹੋ ਜਾਏ। ਸਿਮਰਨ ਬਿਨਾ ਮੌਤ ਹੈ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਲੇ, ਕਦੇ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਨਾਮ ਜੀਭ ਤੋਂ ਕਦੇ ਨਾ ਹੋਏ ਓਲੇ, ਨਾਮ ਜੀਭ ਤੋਂ ਕਦੇ ਜੇ ਹੋਏ ਓਲੇ, ਸੁਰਤ ਦੇਹ ਤੋਂ ਸ਼ਾਲਾ ਤਬ ਹੋਏ ਓਲੇ। ਕੀ ਲੋੜ ਹੈ ਉਸ ਜ਼ਿੰਦਗੀ ਦੀ। ਗਲੇ ਮਾਲਾ ਪਹਿਨਣ ਵਾਲੇ ਤੇ ਹੱਥ ਵਿੱਚ ਮਾਲਾ ਪਕੜਨ ਵਾਲੇ ਅਨੇਕਾਂ ਲੰਕਾ ਪਹੁੰਚੇ ਰਾਜੇ ਸ਼ਿਵਨਾਭ ਦੇ ਪਾਸ। ਲੇਕਿਨ ਸ਼ਿਵਨਾਭ ਬੜਾ ਚਤੁਰ ਬਿਰਤੀ ਵਾਲਾ ਸੀ, ਸਿਆਣਾ ਸੀ। ਉਸਨੇ ਹਰ ਇੱਕ ਨੂੰ ਪਰਖਿਆ, ਐਵੇਂ ਨਹੀਂ ਜਿਹਦੇ ਹੱਥ ਮਾਲਾ ਫੜੀ ਹੋਈ ਏ ਉਹਦੇ ਪੈਰ ਫੜ ਲਓ। ਸਾਡੀ ਹਾਲਤ ਬੜੀ ਖਰਾਬ ਹੈ ਇਸ ਪੱਖ ਤੋਂ। ਅਸੀਂ ਭੇਸ ਦੇ ਪੁਜਾਰੀ ਵਧੇਰੇ ਹਾਂ, ਸੱਤ ਦੀ ਪਰਖ ਬੜੀ ਘੱਟ ਹੈ। ਲੇਕਿਨ ਸ਼ਿਵਨਾਭ ਦੀ ਪਰਖ ਵਿੱਚ ਕੋਈ ਪੂਰਾ ਨਾ ਉਤਰਿਆ। ਉਸਨੇ ਇੱਕ ਨਿਯਮ ਹੀ ਬਣਾ ਲਿਆ ਕਿ ਕੋਈ ਮਹਾਤਮਾ ਅਖਵਾਉਣ ਵਾਲਾ ਰਾਜ ਵਿੱਚ ਆਵੇ, ਖਬਰ ਮਿਲੇ, ਖੁਦ ਮਿਲਣ ਜਾਣਾ ਹੀ ਨਹੀਂ, ਜਿੰਨੀ ਦੇਰ ਪਰਖ ਨਾ ਕਰ ਲਵਾਂ। ਪਾਖੰਡੀ ਤਾਂ ਨਹੀਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਤਾਂ ਉਸਨੇ ਆਪਣੀ ਪ੍ਰੀਖਿਆ ਪਾ ਦਿੱਤੀ, ਭੇਜ ਦਿੱਤੀਆਂ ਕੁਝ ਨਚਾਰ ਕਰਕੇ ਸ਼ਿੰਗਾਰ। ਪਰ ਸਤਿਗੁਰੂ ਜੀ ਨੇ ਦੇਖਿਆ ਅਰਧ ਨੰਗੀਆਂ ਔਰਤਾਂ। ਇਹ ਪਾਖੰਡੀਆਂ ਨੂੰ ਭਰਮਾ ਸਕਦੀਆਂ ਨੇ। ਬਾਬੇ ਨੇ ਆਖਿਆ, ਗਾਛੋ ਪੁੱਤਰੀ ਰਾਜ ਕੁਆਰ। ਜਦੋਂ ਧੀ ਆਖ ਦਿੱਤਾ, ਬੱਚੀਆਂ ਆਖ ਦਿੱਤਾ, ਅਗਾਂਹ ਕਿਹੜਾ ਨਖਰਾ ਚੱਲ ਸਕੇਗਾ। ਤਾਂ ਸ਼ਿਵਨਾਭ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਿਲਾਂ ਵਿੱਚ ਬੁਲਾਇਆ ਕਿ ਇਹ ਕਾਮਲ ਪੁਰਖ ਨੇ, ਤੇ ਕਾਮਲ ਪੁਰਖ ਕੋਈ ਧਨਵਾਨ ਦੇ ਧਨ ਦਾ ਭੁੱਖਾ ਨਹੀਂ ਹੁੰਦਾ। ਪਾਖੰਡੀਆਂ ਦੇ ਅੰਦਰ ਤਾਂ ਖਿਆਲ ਹੀ ਹੋਰ ਸੀ, ਇਸੇ ਲਈ ਡੋਲ ਜਾਂਦੇ ਰਹੇ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਰ-ਬਾਰ ਬੇਨਤੀ ਕੀਤੀ ਮਹਿਲਾਂ ਵਿੱਚ ਆਓ, ਤਾਂ ਸਾਹਿਬਾਂ ਆਖਿਆ ਆਵਾਂਗੇ, ਪਰ ਦੇਵੇਂਗਾ ਕੀ? ਕਿਉਂਕਿ ਉਹਨੇ ਦੇਣ ਲੈਣ ਵਾਲੇ ਹੀ ਦੇਖੇ ਸਨ। ਉੱਥੋਂ ਹੀ ਚਰਚਾ ਸ਼ੁਰੂ ਕਰ ਲਈ। ਮਹਾਰਾਜ ਧਨ ਦੇ ਅੰਬਾਰ ਲਾ ਦਿਆਂਗਾ। ਸਾਹਿਬ ਕਹਿਣ ਲੱਗੇ, ਨਹੀਂ, ਧਨ ਨਹੀਂ ਲੈਣਾ, ਰਾਜ ਦੇ ਸਕਦਾ ਹਾਂ। ਹਜ਼ੂਰ ਕਹਿਣ ਲੱਗੇ, ਰਾਜ ਦੀ ਵੀ ਜ਼ਰੂਰਤ ਨਹੀਂ। ਮਹਿਲ ਮਾੜੀਆਂ ਜੋ ਉਹਦੇ ਪਾਸ ਸੀ ਉਹਨੇ ਗਿਣਿਆ। ਮੇਰਾ ਰਾਜ ਹੈ, ਮੇਰਾ ਧਨ ਹੈ, ਮੇਰੇ ਪਾਸ ਪਦਾਰਥ ਨੇ, ਮੇਰੇ ਪਾਸ ਘੋੜੇ ਹਾਥੀ ਨੇ, ਮੇਰੇ ਮਹੱਲ ਨੇ, ਮੈਂ ਮਾਲਕ ਹਾਂ, ਦੇ ਦਿਆਂਗਾ। ਸਤਿਗੁਰੂ ਕਹਿਣ ਲੱਗੇ, ਨਹੀਂ। ਜਦ ਥੱਕ ਗਿਆ ਗਿਣ ਗਿਣ ਕੇ, ਤਾਂ ਆਖਰ ਇਹਨੇ ਸਵਾਲ ਕੀਤਾ, ਬਾਬਾ ਫਿਰ ਦੇਵਾਂ ਕੀ? ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹ ਜਿਹੜੀ ਮੈਂ ਲਾ ਰੱਖੀ ਹੈ ਨਾ, ਇਹ ਸਾਨੂੰ ਦੇ ਦੇ। ਤੇਰੀ ਜ਼ਿੰਦਗੀ ਵਿੱਚ ਤੂੰ ਆ ਜਾਏ, ਸਿਮਰਨ ਬਣ ਜਾਏ। ਭਗਤਾਂ ਦੇ ਜੀਵਨ ਵਿੱਚ ਸਿਮਰਨ ਹੈ। ਕਬੀਰ ਜੀ ਕਹਿੰਦੇ ਨੇ, ਮੇਰੇ ਪਾਸ ਇੱਕ ਮਾਲਾ ਹੈ, ਲੇਕਿਨ ਉਹ ਮਾਲਾ ਮੇਰੇ ਹੱਥ ਵਿੱਚ ਫੜੀ ਹੋਈ ਨਹੀਂ। ਮਾਲਾ ਦੇ ਮਣਕੇ ਨਹੀਂ, ਮੇਰੀ ਜ਼ੁਬਾਨ ਚੱਲ ਰਹੀ ਹੈ ਜ਼ਿਕਰੇ ਖੁਦਾ ਵਿੱਚ। ਮੈਂ ਪਰਮਾਤਮਾ ਦਾ ਭਜਨ ਕਰਦਾ ਹਾਂ, ਮੇਰੀ ਰਸਨਾ ਗਾਉਂਦੀ ਏ। ਰਸਨਾ ਉੱਪਰ ਰਾਮ, ਰਸਨਾ ਤੇ ਪ੍ਰਭੂ ਦਾ ਨਾਮ ਟਿਕਿਆ ਹੋਇਆ ਹੈ। ਤੇ ਇਹ ਵੀ ਦੱਸ ਦੇਵਾਂ, ਇਹ ਗੱਲ ਮੇਰੀ ਇਕੱਲੇ ਦੀ ਨਹੀਂ ਕਿ ਕੋਈ ਖਾਸ ਬਾਤ ਹੈ। ਮੈਂ ਦੁਨੀਆ ਤੋਂ ਨਵੇਕਲੀ ਗੱਲ ਨਹੀਂ ਕਰ ਰਿਹਾ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਹਰ ਭਗਤ ਦਾ ਇਹੀ ਕਿਰਦਾਰ ਸੀ, ਇਹੀ ਜੀਵਨ ਢੰਗ ਸੀ, ਤੇ ਇਸੇ ਵਿੱਚ ਹੀ ਸੁੱਖ ਤੇ ਸ਼ਾਂਤੀ ਉਹ ਭੋਗਦੇ ਸਨ। ਸੁੱਖ ਤੇ ਸ਼ਾਂਤੀ ਦਾ ਸੋਮਾ ਪ੍ਰਭੂ ਦਾ ਨਾਮ ਹੈ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ, ਤਾ ਕੋ ਸੁਖ ਬਿਸਰਾਮ।
ਆਰੰਭ ਤੋਂ ਲੈ ਕੇ ਸ੍ਰਿਸ਼ਟੀ ਦੀ ਪ੍ਰਾਰੰਭਤਾ ਤੋਂ, ਯੁਗਾਂ ਦੀ ਪ੍ਰਾਰੰਭਤਾ ਤੋਂ ਸਾਰੇ ਦੇ ਸਾਰੇ ਭਗਤ ਜੋ ਅਸਲੀ ਭਗਤ ਨੇ, ਉਹਨਾਂ ਦੀ ਮਾਲਾ ਇਹੀ ਸੀ, ਰਸਨਾ ਉਪਰ ਰਾਮ, ਤੇ ਇਹਦਾ ਨਤੀਜਾ ਸੀ ਤਾਕੋ ਸੁਖ ਵਿਸਰਾਮ। ਪ੍ਰਭੂ ਦਾ ਨਾਮ ਹੀ ਸੁਖ ਅਤੇ ਸ਼ਾਂਤੀ ਦਾ ਸਾਧਨ ਹੈ। ਦੂਜੇ ਸ਼ਲੋਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰੀ ਜ਼ਾਤ ਕਉ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜ਼ਾਤ ਕਉ ਜਿਹ ਜਪਿਓ ਸਿਰਜਨਹਾਰ। ਕਹਿੰਦੇ ਨੇ ਮੇਰੀ ਜ਼ਾਤ ਨੂੰ ਦੁਨੀਆ ਦੇ ਤੌਰ ਤੇ ਦੇਖ ਕੇ ਹਰ ਬੰਦਾ ਹੱਸਦਾ ਸੀ ਕਿ ਗਰੀਬ ਜੁਲਾਹਾ ਹੈ, ਔਰ ਖਿਆਲ ਰਹੇ ਇਸਲਾਮ ਵਿੱਚ ਸ਼ੂਦਰ ਦੀ ਪਰੰਪਰਾ ਨਹੀਂ ਸੀ, ਊਚ ਨੀਚ ਦਾ ਭਿੰਨ ਭੇਦ ਨਹੀਂ ਸੀ। ਹਿੰਦੂ ਪਰਿਵਾਰਾਂ ਵਿੱਚ ਇਹ ਗੱਲ ਸੀ, ਹਿੰਦੂ ਸਮਾਜ ਵਿੱਚ ਇਹ ਗੱਲ ਸੀ। ਕਬੀਰ ਜੀ ਹਿੰਦੂ ਜੁਲਾਹੇ ਸਨ। ਆਖਣ ਲੱਗੇ ਮੇਰੀ ਜ਼ਾਤ ਨੂੰ ਦੇਖ ਕੇ ਹਰ ਬੰਦਾ ਹੱਸਦਾ ਸੀ, ਪਰ ਦੇਖੋ ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਹਾਰ, ਪਰ ਮੈਂ ਸਦਕੇ ਹੋਣਾ ਇਸ ਜ਼ਾਤ ਤੋਂ। ਮੈਂ ਤਾਣਾ ਤਣਦਿਆਂ ਤਣਦਿਆਂ, ਕੱਪੜੇ ਦਾ ਕੰਮ ਕਰਦਿਆਂ ਕਰਦਿਆਂ ਜਦੋਂ ਸੁਰਤ ਜੋੜ ਕੇ ਦੇਖਿਆ ਤੇ ਮੈਨੂੰ ਸਮਝ ਇਹ ਆਈ ਕਿ ਰੱਬ ਵੀ ਜੁਲਾਹਾ ਹੈ। ਕਬੀਰ ਜੀ ਨੇ ਆਖਿਆ ਵੀ ਮੈਂ ਛੋਟਾ ਜੁਲਾਹਾ ਹਾਂ, ਰੱਬ ਵੱਡਾ ਜੁਲਾਹਾ ਹੈ। ਉਹ ਕਿਵੇਂ? ਮੇਰਾ ਤਾਣਾ ਪੇਟਾ ਬੜਾ ਛੋਟਾ ਹੈ, ਪਰ ਜੋ ਸੰਸਾਰ ਦਾ ਤਾਣਾ ਪੇਟਾ ਪਰਮਾਤਮਾ ਨੇ ਤਣਿਆ ਉਣਿਆ ਹੈ, ਇਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ। ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਲੋਕ ਸ਼ੂਦਰ ਆਖ ਕੇ ਜੁਲਾਹੇ ਜ਼ਾਤ ਤੇ ਹੱਸਦੇ ਸਨ, ਮਖੌਲ ਕਰਦੇ ਸਨ, ਪਰ ਵੇਖੋ ਉਸੇ ਜ਼ਾਤੀ ਵਿੱਚ ਪੈਦਾ ਹੋਇਆ ਹਾਂ ਮੈਂ। ਬਲਿਹਾਰੀ ਇਸ ਜ਼ਾਤ ਕੋ, ਮੈਂ ਇਸ ਜ਼ਾਤ ਤੋਂ ਸਦਕੇ ਜਾਂਦਾ ਹਾਂ। ਜਿਹ ਜਪਿਓ ਸਿਰਜਨਹਾਰ, ਜਿਹਦੇ ਵਿੱਚ ਪੈਦਾ ਹੋ ਕੇ ਮੈਂ ਸਿਰਜਣਾ ਕਰਨ ਵਾਲੇ ਪਰਮਾਤਮਾ ਦੀ ਬੰਦਗੀ ਕਰ ਲਈ, ਮੇਰੇ ਲਈ ਤਾਂ ਇਹ ਜ਼ਾਤ ਬੜੀ ਉੱਚੀ ਹੈ। ਕੋਈ ਜ਼ਾਤ ਨੀਵੀਂ ਨਹੀਂ, ਕੋਈ ਕਿੱਤਾ ਨੀਵਾਂ ਨਹੀਂ, ਈਮਾਨਦਾਰੀ ਦਾ ਹੋਵੇ। ਨੀਵੀਂ ਤੋਂ ਨੀਵੀਂ ਜ਼ਾਤ ਵੀ ਵਡਿਆਈ ਦੇ ਯੋਗ ਹੋ ਜਾਂਦੀ ਹੈ ਜਦੋਂ ਉਸ ਵਿੱਚ ਪੈਦਾ ਹੋਇਆ ਕੋਈ ਇਨਸਾਨ ਪਰਮਾਤਮਾ ਦੀ ਬੰਦਗੀ ਦੇ ਮਾਰਗ ਤੇ ਚੱਲ ਪੈਂਦਾ ਹੈ। ਨੀਚ ਜ਼ਾਤ ਹਰ ਜਪਤਿਆਂ, ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ। ਦਾਸੀ ਦੇ ਪੇਟ ਤੋਂ ਪੈਦਾ ਹੋਏ ਬਿਦਰ ਨੂੰ ਪੁੱਛੋ, ਇਤਿਹਾਸ ਦੇਖੋ। ਕਿਸ਼ਨ ਉਤਰਿਆ ਘਰ ਜਿਸ ਜਾਏ। ਦੁਰਯੋਧਨ ਨੂੰ ਛੱਡ ਕੇ, ਭੀਸ਼ਮ ਪਿਤਾਮੇ ਨੂੰ ਛੱਡ ਕੇ, ਦਰੋਣਾਚਾਰਜ ਨੂੰ ਛੱਡ ਕੇ, ਕਰਨ ਨੂੰ ਤਿਆਗ ਕੇ ਬਿਦਰ ਦੇ ਪਾਸ ਜਾ ਕੇ ਕ੍ਰਿਸ਼ਨ ਜੀ ਰਾਤ ਰੁਕੇ। ਸਾਰਿਆਂ ਨੂੰ ਬੜਾ ਅਚੰਭਾ ਹੋਇਆ। ਅਗਲੇ ਦਿਨ ਦੁਰਯੋਧਨ ਨੇ ਬੜਾ ਰੁੱਖਾ ਤੇ ਚਿੱਠਾ ਪੈ ਕੇ ਪੁੱਛਿਆ, ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ, ਗੋਲੇ ਦੇ ਘਰ ਜਾਹੇ ਕੀ ਸੁੱਖਾ। ਗੋਲੇ ਦੇ ਘਰ ਜਾ ਕੇ ਕਿਹੜਾ ਸੁੱਖ ਮਿਲਿਆ ਈ। ਚਲੋ ਮੇਰੀ ਗੱਲ ਛੱਡੋ। ਭੀਖਮ ਦਰੋਣਾ ਕਰਨ ਤਜ, ਸਭਾ ਸਿੰਗਾਰ ਵੱਡੇ ਮਾਨੁਖਾ। ਝੁੱਗੀ ਜਾਏ ਵਲਾਇਓਨ, ਸਭਨਾਂ ਦੇ ਜੀ ਅੰਦਰ ਧੁੱਖਾ। ਜਾ ਕੇ ਝੁੱਗੀ ਵਿੱਚ ਬਿਦਰ ਦੇ ਪਾਸ ਰਿਹੋ, ਮਿਲਿਆ ਕੀ? ਸਾਡੇ ਸਾਰਿਆਂ ਦੇ ਮਨ ਅੰਦਰ ਗਿਲਾ ਹੈ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਪਦਾ ਦੁੱਖਾ। ਤੇਰੇ ਅੰਦਰ ਪ੍ਰੇਮ ਨਹੀਂ ਸੀ ਤੇ ਪ੍ਰੇਮ ਦੀ ਤੰਦ ਮੈਨੂੰ ਖਿੱਚ ਪਾਉਂਦੀ ਏ। ਬਿਦਰ ਦਾ ਅਲੂਣਾ ਸਾਗ ਤੇਰੀਆਂ ਖੀਰਾਂ ਨਾਲੋਂ ਮੈਨੂੰ ਪਿਆਰਾ ਲੱਗਾ ਹੈ। ਇੱਥੇ ਜ਼ਾਤ ਦਾ, ਊਚ ਨੀਚ ਦਾ ਕੋਈ ਵਿਤਕਰਾ ਨਹੀਂ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ,
ਲੋਕ ਛੀਪਾ ਕਹੈ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਨਾਮਦੇਵ ਨੂੰ ਮਾਲਕ ਨੇ ਮਾਣ ਬਖਸ਼ਿਆ। ਕਬੀਰ ਸਾਹਿਬ ਕਹਿੰਦੇ ਨੇ ਲੋਕ ਮਖੌਲ ਕਰਦੇ ਸਨ, ਪਰ ਮੈਂ ਕੁਰਬਾਨ ਹਾਂ ਇਸ ਜ਼ਾਤ ਤੋਂ ਜਿਹਦੇ ਵਿੱਚ ਪੈਦਾ ਹੋ ਕੇ ਮੈਨੂੰ ਕਰਤਾਰ ਦੀ ਬੰਦਗੀ ਨਸੀਬ ਹੋ ਗਈ। ਬਲਿਹਾਰੀ ਇਸ ਜ਼ਾਤ ਕੋ ਜਿਹ ਜਪਿਓ ਸਿਰਜਨਹਾਰ, ਕਬੀਰ ਡਗਮਗ ਕਿਆ ਕਰਹਿ ਕਹਾਂ ਡੁਲਾਵਹਿ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਕਿਉਂ ਡਗਮਗ ਕਰਦਾ ਹੈ, ਕਿਉਂ ਡੋਲਦਾ ਹੈ, ਚਿੱਤ ਨੂੰ ਕਿਉਂ ਡਲਾਉਂਦਾ ਹੈ, ਭਗਤੀ ਤੋਂ ਚਿੱਤ ਨੂੰ ਚਰਾਉਂਦਾ ਕਿਉਂ ਹੈ? ਹੋਰ ਕਿੱਥੇ ਭਟਕ ਰਿਹਾ ਹੈ ਤੇਰਾ ਚਿੱਤ? ਕਹਾਂ ਡੁਲਾਵਹਿ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ। ਇਹ ਨਾਮ ਹੀ ਸਾਰੇ ਸੁੱਖ ਦੇਣ ਦਾ ਮਾਲਕ ਹੈ। ਪਰਮਾਤਮਾ ਦੇ ਨਾਲ ਜੁੜ ਜਾਏਗਾ, ਹਰ ਸੁੱਖ ਤੇਰੀ ਝੋਲੀ ਵਿੱਚ ਪੈ ਜਾਏਗਾ। ਇਸ ਪੱਖ ਤੋਂ ਡਗਮਗਾ ਨਾ। ਬੰਦਗੀ ਦੇ ਮਾਰਗ ਤੇ ਚੱਲਣ ਵਾਲੇ ਨੂੰ ਗੌੜੀ ਰਾਗ ਅੰਦਰ ਕਬੀਰ ਜੀ ਨੇ ਕੁਝ ਮਿਸਾਲਾਂ ਦੇ ਕੇ ਸਮਝਾਇਆ। ਮਨ ਨੂੰ ਮੁਖਾਤਬ ਕਰਕੇ ਆਖਣ ਲੱਗੇ, ਮਨ ਰੇ ਛੱਡੋ ਭਰਮ, ਪ੍ਰਗਟ ਹੋਏ ਨਾਚੋ। ਛੱਡ ਭਟਕਣਾ, ਪ੍ਰਤੱਖ ਰੂਪ ਵਿੱਚ ਬੰਦਗੀ ਦੇ ਰਾਹ ਤੇ ਸਾਹਮਣੇ ਆ, ਪ੍ਰਗਟ ਹੋਏ ਨਾਚੋ। ਇਹ ਆ ਮਾਇਆ ਕੇ ਡਾਂਡੇ, ਮਾਇਆ ਦੀ ਠੱਗੀ ਤੋਂ ਬਚ। ਸੂਰ ਕੇ ਸਨਮੁਖ ਰਨ ਤੇ ਡਰ ਪੈ। ਉਹ ਕਾਹਦਾ ਬਹਾਦਰ ਹੈ ਕਿ ਸਾਹਮਣੇ ਜੰਗ ਦਾ ਮੈਦਾਨ ਹੋਵੇ, ਯੁੱਧ ਮਚਿਆ ਹੋਇਆ ਹੋਵੇ ਤੇ ਇਹ ਸੂਰਬੀਰ ਸਦਵਾਉਣ ਵਾਲਾ ਸਾਹਮਣੇ ਜਾ ਕੇ ਡਰ ਕੇ ਭੱਜ ਜਾਏ। ਇਹ ਕੋਈ ਸੂਰਬੀਰਤਾ ਹੈ? ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ। ਇਹ ਇੱਕ ਪਰੰਪਰਾ ਸੀ ਜਦ ਸਤੀ ਪ੍ਰਥਾ ਚੱਲਦੀ ਸੀ। ਸਤੀ ਪ੍ਰਥਾ ਦਾ ਗੁਰਮਤਿ ਨੇ ਵਿਰੋਧ ਕੀਤਾ ਹੈ, ਰੋਕਿਆ ਹੈ, ਕਿਉਂਕਿ ਇਹ ਇਸਤਰੀ ਜਾਤੀ ਤੇ ਇੱਕ ਬੜਾ ਵੱਡਾ ਧੱਕਾ ਸੀ। ਪਤੀ ਦੀ ਮੌਤ ਹੋ ਗਈ, ਸ਼ਿੰਗਾਰ ਕਰਵਾ ਕੇ ਹੱਥ ਵਿੱਚ ਸੰਧੂਰ ਦਾ ਲਿਬੜਿਆ ਹੋਇਆ ਨਾਲੀਰ ਦੇ ਕੇ ਜ਼ਿੰਦਾ ਔਰਤ ਨੂੰ ਪਤੀ ਦੀ ਚਿਖਾ ਤੇ ਜਲਾ ਦਿੱਤਾ ਜਾਂਦਾ। ਘੋਰ ਅਨਰਥ ਸੀ, ਪਾਪ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਰੰਪਰਾ ਦੇ ਖਿਲਾਫ ਡਟ ਕੇ ਕੰਮ ਕੀਤਾ ਔਰ ਸਤੀ ਹੋਣ ਤੋਂ ਇਸਤਰੀਆਂ ਨੂੰ ਰੋਕਿਆ, ਸਮਾਜ ਨੂੰ ਵਰਜਿਆ। ਲੇਕਿਨ ਪਰੰਪਰਾ ਇਉਂ ਸੀ ਕਿ ਜਿਸ ਵੇਲੇ ਇਸਤਰੀ ਉਹ ਸੰਦੂਰ ਲਿਬੜਿਆ ਨਾਰੀਅਲ ਹੱਥ ਵਿੱਚ ਪਕੜ ਲੈਂਦੀ, ਫਿਰ ਉਹ ਸਤੀ ਹੋਣ ਤੋਂ ਰੁਕ ਨਹੀਂ ਸੀ ਸਕਦੀ। ਹਰ ਹਾਲਤ ਵਿੱਚ ਉਸ ਨੂੰ ਸਤੀ ਹੋਣਾ ਪੈਂਦਾ ਸੀ। ਤੇ ਜੇ ਆਖੇ ਕਿ ਮੈਂ ਸਤੀ ਵੀ ਹੋਣਾ ਹੈ, ਚਿਖਾ ਤੇ ਸੜਨਾ ਵੀ ਹੈ, ਪਰ ਪਹਿਲਾਂ ਭਾਂਡੇ ਮਾਂਜ ਲਵਾਂ, ਕਮਜ਼ੋਰੀ ਹੈ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਦੌਰਾ। ਹੁਣ ਤਾਂ ਇੰਜ ਹੈ ਜਿਵੇਂ ਸੰਦੂਰ ਨਾਲ ਲਿਬੜਿਆ ਹੋਇਆ ਨਾਲੀਏ ਹੱਥ ਵਿੱਚ ਪਕੜ ਲਿਆ ਹੈ। ਭਗਤੀ ਦੇ ਮਾਰਗ ਤੋਂ ਸੰਕੋਚ ਕੈਸਾ। ਇਹ ਤਾਂ ਪ੍ਰਭੂ ਦਾ ਇੱਕ ਇਸ਼ਕ ਹੈ, ਜੇ ਲੱਗ ਜਾਏ ਤੇ ਇਸ਼ਕ ਵਿੱਚ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ, ਫਿਰ ਪਿਛਾਂ ਮੁੜਨ ਦਾ ਸਵਾਲ ਨਹੀਂ। ਬੁੱਲੇ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ। ਆਖਣ ਲੱਗਾ, ਸ਼ਰ੍ਹਾ ਕਹੇ ਚੱਲ ਪਾਸ ਮੁੱਲਾਂ ਦੇ, ਸਿੱਖ ਲੈ ਅਦਬ ਅਦਾਬਾਂ ਨੂੰ। ਸ਼ਰ੍ਹਾ ਕਹੇ ਚੱਲ ਪਾਸ ਮੁੱਲਾਂ ਦੇ, ਸਿੱਖ ਲੈ ਅਦਬ ਅਦਾਬਾਂ ਨੂੰ। ਇਸ਼ਕ ਕਹੇ ਇੱਕ ਹਰਫ ਬਥੇਰਾ, ਠੱਪ ਰੱਖ ਹੋਰ ਕਿਤਾਬਾਂ ਨੂੰ। ਇਹ ਤਾਂ ਇੱਕ ਪ੍ਰੇਮ ਦੀ ਖੇਡ ਹੈ। ਫਿਰ ਡਗਮਗਾਉਣ ਦਾ
ਸੰਕੋਚ ਕਰਨ ਦਾ, ਮਾਲਕ ਤੋਂ ਆਸੇ-ਪਾਸੇ ਵੱਲ ਮੁੜਨ ਤੇ ਸਿਮਰਨ ਤੋਂ ਜੱਕੋ ਤੱਕਾਂ ਕਰਨ ਦਾ ਕੋਈ ਕਾਰਨ ਨਹੀਂ। ਇਹ ਮਨ ਕਿਉਂ ਕਰਦਾ ਹੈ? ਕਿੱਧਰ ਭਟਕਦਾ ਹੈ? ਕਹਾਂ ਡੁਲਾਵਹਿ ਜੀਓ। ਰਾਮ ਨਾਮ ਹੈ ਸਾਰੇ ਸੁੱਖਾਂ ਦਾ ਸੁਆਮੀ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਪ੍ਰਭੂ ਨਾਮ ਦਾ ਰਸ ਪੀ, ਇਹ ਸਾਰੇ ਸੁੱਖ ਦੇਣ ਦਾ ਪ੍ਰੇਰਕ ਹੈ। ਚੌਥੇ ਸ਼ਲੋਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ, ਊਪਰ ਲਾਲ ਜੜਾਓ, ਦੀਸਹਿ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਸੋਨੇ ਦੇ ਵਾਲੇ ਕੁੰਡਲ ਕੰਨਾਂ ਵਿੱਚ ਪਾਉਣ ਵਾਲੇ ਬਣੇ ਹੋਏ ਹੋਣ ਤੇ ਉੱਪਰ ਜੜੇ ਹੋਏ ਹੋਣ ਲਾਲ, ਤੇ ਕੰਨਾਂ ਵਿੱਚ ਪਾਏ ਹੋਏ ਹੋਣ ਲੋਕਾਂ ਨੇ, ਪਰ ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਪਰਮਾਤਮਾ ਦਾ ਭਜਨ ਨਹੀਂ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗੂ ਦਿਸਦੇ ਨੇ। ਸੜੇ ਹੋਏ ਕਾਨੇ ਦੀ ਵੀ ਇੱਕ ਖੂਬੀ ਹੈ, ਜਦ ਕਾਨਾ ਸੜ ਜਾਂਦਾ ਹੈ ਖੜਾ ਰਹਿੰਦਾ ਹੈ, ਫਿਰ ਵੀ ਆਕੜਿਆ, ਸੜ ਕੇ ਵੀ ਆਕੜਿਆ, ਤੇ ਸੜਨ ਤੋਂ ਬਾਅਦ ਉਹਦੀ ਕਾਲਖ ਵਿੱਚ ਵੀ ਇੱਕ ਚਮਕ ਜਿਹੀ ਦਿਖਾਈ ਦਿੰਦੀ ਹੈ ਕੇਵਲ ਬਾਹਰ ਦੀ ਚਮਕ ਹੀ, ਅੰਦਰ ਕੁਝ ਨਹੀਂ ਬਚਿਆ ਹੋਇਆ, ਸੜ ਗਿਆ ਹੈ। ਦੁਨੀਆ ਅੰਦਰ ਬਾਹਰ ਦਾ ਸ਼ਿੰਗਾਰ ਹੋਵੇ, ਅੰਦਰਲਾ ਕਿਰਦਾਰ ਨਾ ਹੋਵੇ, ਤਾਂ ਸੜੇ ਹੋਏ ਕਾਨੇ ਵਾਲੀ ਹਾਲਤ ਹੈ। ਭਾਵੇਂ ਉਹ ਬਾਹਰ ਦੇ ਸੰਸਾਰ ਦਾ ਸ਼ਿੰਗਾਰ ਹੈ, ਭਾਵੇਂ ਉਹ ਧਰਮ ਦੇ ਪਰਦੇ ਹੇਠ ਕੀਤਾ ਗਿਆ ਧਰਮ ਦਾ ਸ਼ਿੰਗਾਰ ਹੈ, ਜੇ ਅੰਦਰੋਂ ਮਨੁੱਖ ਸੜਿਆ ਪਿਆ ਹੈ ਈਰਖਾ, ਦਵੈਖ, ਵਿਕਾਰਾਂ ਨਾਲ, ਤੇ ਫਿਰ ਬਾਹਰੋਂ ਧਾਰਮਿਕ ਸ਼ਿੰਗਾਰ ਦਾ ਵੀ ਮੁੱਲ ਦੋ ਕੌਡੀ ਨਹੀਂ। ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਸ਼ਿੰਗਾਰ ਨਾਲ ਕਿਰਦਾਰ ਦੀ ਜ਼ਰੂਰਤ ਹੈ। ਇਸੇ ਲਈ ਇੰਨਾ ਅੰਤਰ ਹੈ ਕਿ ਸ਼ਿੰਗਾਰ ਵੇਸਵਾ ਵੀ ਕਰਦੀ ਹੈ, ਸ਼ਿੰਗਾਰ ਸੁਹਾਗਣ ਵੀ ਕਰਦੀ ਹੈ। ਇੱਕ ਨੇ ਕੰਤ ਨੂੰ ਰਿਝਾਉਣਾ, ਇੱਕ ਨੇ ਦੇਹ ਵੇਚਣਾ, ਇੱਕ ਦੇਹ ਦਾ ਵਪਾਰ ਬਣਾ ਲਿਆ ਹੈ, ਤੇ ਉਸ ਦੇ ਸ਼ਿੰਗਾਰ ਨੂੰ ਵਾਹ ਕੇ ਗਲੇ ਜਮਕਾ ਹੈ, ਫਾਸ ਬਾਣੀ ਵਿੱਚ ਆਖਿਆ ਗਿਆ ਹੈ। ਤੋ ਕੰਚਨ ਦੇ ਸੋਨੇ ਦੇ ਕੁੰਡਲ ਤੇ ਜੜੇ ਹੋਏ ਲਾਲਾਂ ਦੀ ਕੀਮਤ ਨਹੀਂ। ਬੇਸ਼ੱਕ ਪਹਿਨੇ ਹੋਏ ਹੋਣ ਇਹ ਕੁੰਡਲ, ਇਹ ਵਾਲੇ ਕੰਨਾਂ ਵਿੱਚ, ਤੇ ਲਾਲ ਹੋਣ ਜੜੇ ਹੋਏ, ਪਰ ਤਾਂ ਵੀ ਉਹ ਸੜੇ ਹੋਏ ਕਾਨਿਆਂ ਵਾਂਗ ਨੇ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਹੈ। ਦੀਸਹਿ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਪੰਜਵਾਂ ਸ਼ਲੋਕ ਹੈ, ਕਬੀਰ ਐਸਾ ਏਕ ਆਦ, ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋਂ ਤਤ ਸੋਏ। ਵਿਰਲੇ ਨੇ ਐਸੇ ਮਨੁੱਖ, ਕੋਈ ਟਾਵਾਂ ਟਾਵਾਂ ਪੁਰਸ਼ ਹੈ ਜੋ ਜੀਵਤ ਮ੍ਰਿਤਕ ਹੋਣਾ ਜਾਣਦਾ ਹੈ। ਮਰ ਕੇ ਤਾਂ ਸਭ ਮਰ ਜਾਂਦੇ ਨੇ, ਪਰ ਜਿਉਂਦਿਆਂ ਮਰਨ ਦੀ ਜਾਚ ਜਿਨ੍ਹਾਂ ਨੂੰ ਆ ਗਈ, ਮੈਂ ਵੱਲੋਂ ਹਉ ਵੱਲੋਂ ਮਿਟ ਗਏ। ਕਦੀ ਇੱਕ ਦਿਨ ਵਾਸਤੇ ਵੀ ਤੁਸੀਂ ਇਹ ਪ੍ਰਯੋਗ ਕਰਕੇ ਦੇਖੋ, ਕਿੰਨੇ ਝਗੜੇ, ਕਿੰਨੇ ਝਮੇਲੇ, ਕਿੰਨੇ ਸੰਤਾਪ, ਕਿੰਨੀਆਂ ਚਿੰਤਾਵਾਂ, ਕਿੰਨੇ ਝੋਰੇ ਤੁਹਾਡੇ ਤੋਂ ਦੂਰ ਦੌੜ ਜਾਣਗੇ। ਜੋ ਚਿੰਤਾਵਾਂ ਲਾ ਰੱਖੀਆਂ ਨੇ, ਉਹਨਾਂ ਦੇ ਪਿੱਛੇ ਵੀ ਮੈਂ ਹੈ। ਜਿੰਨੇ ਝਗੜੇ ਪਾ ਰੱਖੇ ਨੇ, ਉਹਨਾਂ ਦੇ ਪਿੱਛੇ ਵੀ ਮੈਂ ਹੈ। ਕੋਈ ਚਿੰਤਾ ਸਾਹਮਣੇ ਆਵੇ, ਇੱਕ ਪਲ ਲਈ, ਇੱਕ ਦਿਨ ਇਹ ਸੋਚਣਾ ਸ਼ੁਰੂ ਕਰੋ, ਮੈਂ ਹਾਂ ਹੀ ਨਹੀਂ। ਦੁਨੀਆ ਫਿਰ ਵੀ ਚੱਲਦੀ ਰਹੇਗੀ, ਚੱਲਦੀ ਰਹੀ ਹੈ। ਇੱਕ ਦਿਨ ਅਸੀਂ ਨਹੀਂ ਸਾਂ, ਸੰਸਾਰ ਚੱਲ ਰਿਹਾ ਸੀ, ਅੱਜ ਵੀ ਚੱਲ ਰਿਹਾ ਹੈ। ਅਸੀਂ ਤੁਰ ਜਾਵਾਂਗੇ, ਦੁਨੀਆ ਫਿਰ ਵੀ ਚੱਲਦੀ ਰਹੇਗੀ। ਜਾਣ ਬੁੱਝ ਕੇ ਅਸੀਂ ਪਰੇਸ਼ਾਨੀਆਂ ਪਾਉਂਦੇ ਹਾਂ। ਕੇਵਲ ਇੱਕ ਦਿਨ ਲਈ ਪ੍ਰਯੋਗ ਕਰਕੇ ਦੇਖੋ, ਕਿੰਨੀਆਂ ਦੁਸ਼ਮਣੀਆਂ ਸਮਾਪਤ।
ਮਿਟ ਹੀ ਗਏ। ਜੀਵਤ ਮਿਰਤਕ ਹੋਣ ਤੋਂ ਭਾਵ ਐਸਾ ਹੀ ਹੈ, ਦੁਨੀਆ ਦੇ ਰਸਾਂ ਵੱਲੋਂ ਮੁਰਦੇ ਬਣ ਜਾਣਾ। ਬੇਪਰਵਾਹੀ ਦੀ ਇੱਕ ਅਵਸਥਾ ਹੈ ਉਹ, ਪਰ ਐਸਾ ਕੋਈ ਵਿਰਲਾ ਮਨੁੱਖ ਹੈ ਦੁਨਿਆਵੀ ਲਾਲਸਾਵਾਂ ਤੋਂ, ਸੁੱਖਾਂ ਤੋਂ ਬੇਪਰਵਾਹ, ਸੁੱਖ ਦੁੱਖ ਵਿੱਚ ਇੱਕ ਰਸ ਰਹਿ ਕੇ ਤੇ ਨਿਰਭਉ ਹੋ ਜਾਏ। ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋਂ ਤਤ ਸੋਏ। ਕਿਸੇ ਗੱਲ ਦੀ ਪਰਵਾਹ ਨਾ ਕਰਦਿਆਂ ਹੋਇਆਂ ਪਰਮਾਤਮਾ ਦੇ ਗੁਣ ਗਾਉਣ ਨੂੰ ਤਰਜੀਹ ਦੇਵੇ, ਗੁਣਾਂ ਵਿੱਚ ਲੀਨ ਰਹੇ। ਐਸੀ ਅਵਸਥਾ ਬਣੀ ਕਬੀਰ ਜੀ ਦੀ। ਉਹਨਾਂ ਆਖਿਆ ਜਦੋਂ ਇਹ ਬਣ ਜਾਂਦੀ ਹੈ ਨਾ, ਜਤ ਪੇਖੋਂ ਤਤ ਸੋਏ, ਮੈਂ ਜਿੱਧਰ ਵੀ ਵੇਖਦਾ ਹਾਂ ਉੱਧਰ ਉਹੀ ਮੌਜੂਦ ਹੈ, ਪਰਮਾਤਮਾ ਹੀ ਹੈ। 6ਵਾਂ ਸ਼ਲੋਕ। ਕਬੀਰ ਜਾ ਦਿਨ ਹਉ ਮੂਆ, ਪਾਛੈ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜਹਿ ਗੋਬਿੰਦ। ਇੱਥੇ ਗੋਬਿੰਦ ਦੇ ਨਾਲ 2 ਮਾਤਰਾਂ ਲੱਗੀਆਂ ਹੋਈਆਂ ਨੇ, ਲਗਾਂ ਲੱਗੀਆਂ ਨੇ, ਹੋੜਾ ਵੀ ਔਂਕੜ ਵੀ। ਅਸਲੀ ਲਫ਼ਜ਼ ਗੋਬਿੰਦ ਹੁੰਦਾ ਹੈ, ਪਰ ਕਾਵ ਰੂਪ ਵਿੱਚ ਹੈ ਬਾਣੀ। ਵਜ਼ਨ ਪੂਰਾ ਰੱਖਣ ਵਾਸਤੇ ਗੋਬਿੰਦ ਪੜ੍ਹਨਾ ਹੈ। ਪਰਮਾਤਮਾ ਦੇ ਗੁਣ ਚੇਤੇ ਕਰ ਕਰਕੇ ਕਬੀਰ ਜੀ ਕਹਿੰਦੇ ਨੇ, ਹੁਣ ਮੇਰੀ ਮੈਂ ਮੁੱਕ ਗਈ, ਹਉ ਮੂਆ, ਮੇਰੇ ਅੰਦਰੋਂ ਹਉਮੈ ਮਰ ਗਈ। ਹਉਮੈ ਮਰਨ ਦੀ ਦੇਰ ਸੀ, ਹਰੀ ਵਸ ਗਿਆ, ਆਨੰਦ ਬਣ ਗਿਆ। ਪਾਛੈ ਭਇਆ ਆਨੰਦ, ਸੁਖ ਬਣ ਗਿਆ, ਆਨੰਦ ਬਣ ਗਿਆ। ਮੋਹ ਮਿਲਿਓ ਪ੍ਰਭ ਆਪਣਾ, ਮੈਨੂੰ ਮੇਰਾ ਪਿਆਰਾ ਪ੍ਰੀਤਮ ਪ੍ਰਭੂ ਮਿਲ ਗਿਆ ਹੈ। ਸੰਗੀ ਭਜਹਿ ਗੋਬਿੰਦ। ਤੇ ਹੁਣ ਮੇਰੇ ਸਾਥੀ ਜਿਹੜੇ ਨੇ ਗਿਆਨ ਇੰਦਰੇ, ਇਹਨਾਂ ਦੀ ਰੁਚੀ ਪਰਮਾਤਮਾ ਦੇ ਪਾਸੇ ਵੱਲ ਬਣ ਗਈ ਹੈ। ਅੱਖਾਂ ਦੇਖਦੀਆਂ ਨੇ ਉਸੇ ਦੇ ਨੂਰ ਨੂੰ। ਇਹ ਵੀ ਇੱਕ ਭਜਨ ਹੈ। हमें हर चीज़ में या रब नज़र आई अदा तेरी, हमें हर चीज़ में या रब नज़र आई अदा तेरी, वो कैसे होंगे जिन्हें तुमको बेनिशान समझा। देखण वाली अख दा अंतर है। हुण ये संगी इन्हां अंदर भजन चल पिया है। अखां उस दा नूर तकदियां ने, ਕੰਨ ਉਸੇ ਦੀ ਆਵਾਜ਼ ਸੁਣਦੇ ਨੇ। ਜੋ ਸੁਗੰਧ ਵੀ ਆ ਰਹੀ ਹੈ ਉਸੇ ਦੀ ਹੈ। ਸਪਰਸ਼ ਹਵਾਵਾਂ ਵੀ ਕਰਨ ਤਾਂ ਰਸ ਪਰਮਾਤਮਾ ਦਾ ਹੈ। ਬਸ ਅੰਦਰਲਾ ਨਜ਼ਰੀਆ ਬਦਲੇ, ਮੈਂ ਮਿਟੇ, ਤੂੰ ਦਾ ਜਾਪ ਵਸ ਜਾਏ, ਤੇ ਜਲਵੇ ਉਸੇ ਦੇ ਦਿਸਦੇ ਨੇ। ਸਰਮਦ ਨੂੰ ਮਾਰਨ ਵਾਸਤੇ ਜ਼ਲਾਦ ਆਇਆ। ਜਿਸ ਵੇਲੇ ਜ਼ਲਾਦ ਪਾਸ ਪਹੁੰਚਾ, ਸਰਮਦ ਨੇ ਆਪਣੀ ਜੇਬ ਵਿੱਚੋਂ ਇੱਕ ਮਿਸ਼ਰੀ ਦਾ ਟੁਕੜਾ ਕੱਢਿਆ ਤੇ ਉਹ ਜ਼ਲਾਦ ਦੀ ਤਲੀ ਤੇ ਰੱਖ ਦਿੱਤਾ। ਕਹਿਣ ਲੱਗਾ ਖਾ ਲੈ। ਜ਼ਲਾਦ ਹੈਰਾਨ ਸੀ। ਉਸਨੇ ਆਖਿਆ, ਦੇਖ, ਮੇਰੀ ਜ਼ਿੰਮੇਵਾਰੀ ਤੇਰੀ ਜੀਵਨ ਦੀ ਖੇਲ ਨੂੰ ਸਮਾਪਤ ਕਰਨ ਦੀ ਹੈ। ਤੂੰ ਮੈਨੂੰ ਮੂੰਹ ਮਿੱਠਾ ਕਰਾ ਰਿਹਾ ਹੈ, ਮਿਸ਼ਰੀ ਖਵਾ ਰਿਹਾ ਹੈ। ਕਾਰਨ ਜੋ ਸਰਮਦ ਨੇ ਉਸ ਵੇਲੇ ਬਚਨ ਕਹੇ ਬੜੇ ਕੀਮਤੀ ਸਨ। ਉਸਨੇ ਆਖਿਆ, ਭਾਵੇਂ ਕਿਸੇ ਭੇਸ ਵਿੱਚ ਆਵੇ, ਪਰ ਮੈਂ ਤੈਨੂੰ ਪਹਿਚਾਣਦਾ ਹਾਂ, ਹੈ ਤੂੰ ਹੀ। ਇਹ ਇੱਕ ਅੰਦਰਲਾ ਸਿਮਰਨ ਹੈ, ਭਜਨ ਹੈ, ਜਿੱਥੇ ਅੱਖਾਂ ਉਸ ਦੇ ਨੂਰ ਨੂੰ ਤੱਕਦੀਆਂ ਨੇ, ਕੰਨ ਉਸ ਦੀ ਆਵਾਜ਼ ਨੂੰ ਸੁਣਦੇ ਨੇ। ਸੰਗੀ ਭਜਹਿ ਗੋਬਿੰਦ। ਸਾਰੇ ਇੰਦਰੇ ਵੀ ਉਸ ਮਾਲਕ ਦੇ ਸਿਮਰਨ ਵਿੱਚ, ਉਸ ਦੀ ਯਾਦ ਵਿੱਚ ਲੀਨ ਹੋ ਜਾਂਦੇ ਨੇ। ਮਾਲਕ ਕਿਰਪਾ ਕਰੇ ਭਗਤ ਕਬੀਰ ਜੀ ਦੇ ਇਹਨਾਂ ਬਚਨਾਂ ਤੋਂ ਸੰਦੇਸ਼ ਉਪਦੇਸ਼ ਲੈ ਕੇ ਅਸੀਂ ਵੀ ਇਸ ਰਸ ਵਿੱਚ ਭਿੱਜ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।